ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ। ਅੱਜ ਦੁਬਾਰਾ ਫਿਰ ਆਪਾਂ ਮੋਸਟ ਇੰਪੋਰਟੈਂਟ ਕੁਐਸਚਨ ਲੈ ਕੇ ਆ ਗਏ ਹਾਂ ਨਾਇਬ ਤਹਿਸੀਲਦਾਰ ਪਟਵਾਰੀ ਤੇ ਪੰਜਾਬ ਪੁਲਿਸ ਲਈ। ਜਿਵੇਂ ਕਿ ਮੈਂ ਤੁਹਾਨੂੰ ਸਵੇਰੇ ਵੀ ਦੱਸਿਆ ਕਿ ਪੰਜਾਬ ਪੁਲਿਸ ਦੇ ਜੋ ਭਰਤੀ ਦਾ ਟੈਂਡਰ ਆ ਉਹ 31 ਮਾਰਚ ਤੱਕ ਕਲੀਅਰ ਹੋ ਜਾਣਾ ਹੈ ਤੇ ਅਪ੍ਰੈਲ ਦੇ ਮਿਡ ਤੱਕ ਜਾਂ ਅਪ੍ਰੈਲ ਦੇ ਐਂਡ ਤੱਕ ਪੰਜਾਬ ਪੁਲਿਸ ਦੀ ਨੋਟੀਫਿਕੇਸ਼ਨ ਵੀ ਆ ਜਾਣੀ ਹੈ। ਤਾਂ ਆਪਣੀ ਤਿਆਰੀ ਸ਼ੁਰੂ ਕਰ ਦਿਓ, ਫਿਜ਼ੀਕਲ ਦੀ ਵੀ ਤੇ ਐਗਜ਼ਾਮ ਦੀ ਵੀ। ਤੇ ਮੋਸਟ ਇੰਪੋਰਟੈਂਟ ਕੁਐਸਚਨਸ ਨੇ, ਇਹਨਾਂ ਦੀ PDF ਤੁਹਾਨੂੰ ਥੱਲੇ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਏਗੀ। ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ। ਅੱਜ ਦਾ ਪਹਿਲਾ ਕੁਐਸਚਨ ਹੈ, ਸੰਸਦ ਦੀ ਕਿਹੜੀਆਂ ਦੋ ਕਮੇਟੀਆਂ ਨੂੰ ਜੋੜੀਆਂ ਭੈਣਾਂ ਕਿਹਾ ਜਾਂਦਾ ਹੈ? ਸੰਸਦ ਦੀ ਕਿਹੜੀ ਦੋ ਕਮੇਟੀਆਂ ਨੇ ਜਿਨ੍ਹਾਂ ਨੂੰ ਜੋੜੀਆਂ ਭੈਣਾਂ ਕਿਹਾ ਜਾਂਦਾ ਹੈ? ਤਾਂ ਇਹਦਾ ਆਨਸਰ ਹੈ ਜੀ ਏ। ਇੱਕ ਤਾਂ ਹੈ ਪਬਲਿਕ ਅਕਾਊਂਟਸ ਕਮੇਟੀ, ਜਿਹਨੂੰ ਆਪਾਂ PAC ਬੋਲਦੇ ਹਾਂ, ਤੇ ਦੂਜੀ ਹੈ ਐਸਟੀਮੇਟਸ ਕਮੇਟੀ। ਦੇਖੋ, ਸਭ ਤੋਂ ਮੇਜਰ ਦੋ ਕਮੇਟੀਜ਼ ਨੇ ਇੰਡੀਆ ਦੀਆਂ। ਇਹਨਾਂ ਦੇ ਮੈਂਬਰਸ ਤੁਹਾਨੂੰ ਪਤਾ ਹੋਣੇ ਚਾਹੀਦੇ ਆ ਵੀ PAC ਦੇ ਕਿੰਨੇ ਮੈਂਬਰ ਹੁੰਦੇ ਆ ਤੇ ਐਸਟੀਮੇਟ ਕਮੇਟੀ ਦੇ ਕਿੰਨੇ ਮੈਂਬਰ ਹੁੰਦੇ। ਦੇਖੋ, PAC ਦੇ ਕੁੱਲ 22 ਮੈਂਬਰ ਹੁੰਦੇ ਨੇ, ਠੀਕ ਹੈ ਜੀ, ਜਿਨ੍ਹਾਂ ਦੇ ਵਿੱਚੋਂ 15 ਹੁੰਦੇ ਨੇ ਲੋਕ ਸਭਾ ਦੇ ਮੈਂਬਰ ਤੇ 7 ਹੁੰਦੇ ਨੇ ਰਾਜ ਸਭਾ ਦੇ ਮੈਂਬਰ, ਠੀਕ ਹੈ ਜੀ। ਤੇ ਉੱਦਾਂ ਹੀ ਐਸਟੀਮੇਟ ਕਮੇਟੀ ਦੇ ਕੁੱਲ ਮੈਂਬਰ ਹੁੰਦੇ ਨੇ 29 ਪਲੱਸ 1 29 ਮੈਂਬਰਸ ਤੇ ਇੱਕ ਹੁੰਦਾ ਚੇਅਰਪਰਸਨ। ਤੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਐਸਟੀਮੇਟ ਕਮੇਟੀ ਦਾ ਇਸ ਟਾਈਮ ਚੇਅਰਮੈਨ ਕੌਣ ਹੈ? ਉਹ ਹੈ ਮੁਰਲੀ ਮਨੋਹਰ ਜੋਸ਼ੀ। ਅਗਲਾ ਕੁਐਸਚਨ ਦੇਖਦੇ ਹਾਂ ਜੀ, ਭਾਰਤ ਦੀ ਕਿਸ ਅਮੈਂਡਮੈਂਟ ਨੂੰ ਮਿਨੀ ਕਨਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ? ਛੋਟਾ ਸੰਵਿਧਾਨ ਵੀ ਕਿਹਾ ਜਾਂਦਾ ਹੈ। ਇਹ ਸਭ ਤੋਂ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਇਹ ਤਾਂ ਤੁਹਾਨੂੰ 200% ਆਉਣਾ ਹੀ ਚਾਹੀਦਾ ਹੈ। ਤਾਂ ਮਿਨੀ ਕਨਸਟੀਟਿਊਸ਼ਨ ਹੈ ਇਹਦਾ ਜੀ 42ਵੀਂ ਅਮੈਂਡਮੈਂਟ 1976, 42nd ਅਮੈਂਡਮੈਂਟ 1976। ਅਗਲਾ ਕੁਐਸਚਨ ਹੈ ਜੀ, ਜੋ ਹੇਠ ਆ ਜਿਹੜੀ ਆਪਾਂ ਨੂੰ ਲਿਸਟ ਦਿੱਤੀ ਵੀ ਹੈ ਉਹ ਸ਼ਡਿਊਲਸ ਦੇ ਅਕੋਰਡਿੰਗ ਕਿਹੜੀ ਗਲਤ ਹੈ? ਇੰਡੀਅਨ ਕਨਸਟੀਟਿਊਸ਼ਨ ਦੇ ਜੋ ਸ਼ਡਿਊਲਸ ਨੇ ਉਹਨਾਂ ਬਾਰੇ ਹੇਠਾਂ ਲਿਖੇ ਕਿ ਕਿਹੜੀ ਚੀਜ਼ ਗਲਤ ਹੈ? ਪਹਿਲਾ ਆਪਸ਼ਨ ਹੈ ਜੀ, ਸੰਵਿਧਾਨ ਵਿੱਚ ਕੁੱਲ 12 ਅਨੁਸੂਚੀਆਂ ਹਨ। ਇਹ ਬਿਲਕੁਲ ਸਹੀ ਹੈ ਪਹਿਲਾ ਆਪਸ਼ਨ। ਸੰਵਿਧਾਨ ਦੇ ਵਿੱਚ ਸਿਰਫ 12 ਨੇ। ਉਹ ਤੋਂ ਬਾਅਦ ਆ ਗਏ ਜੀ, ਜਿਹੜਾ ਸ਼ਡਿਊਲ 11 ਤੇ 12 ਹੈ ਉਹ 73rd ਤੇ 74th ਅਮੈਂਡਮੈਂਟ ਰਾਹੀਂ ਪਾਈ ਗਈ। ਇਹ ਵੀ ਬਿਲਕੁਲ ਸਹੀ ਹੈ ਜੀ। ਅਗਲਾ ਆ ਗਿਆ ਨੌਵਾਂ, ਜਿਹੜੀ 9th ਸ਼ਡਿਊਲ ਹੈ ਇਹ ਪਹਿਲੀ ਸੋਧ ਰਾਹੀਂ ਸੰਵਿਧਾਨ ਵਿੱਚ ਜੋੜਿਆ ਗਿਆ। ਇਹ ਸਭ ਤੋਂ ਸਹੀ ਹੈ। ਸਭ ਤੋਂ ਪਹਿਲੀ ਅਮੈਂਡਮੈਂਟ ਜਦੋਂ ਹੋਈ ਤਾਂ ਇਹ 9th ਸ਼ਡਿਊਲ ਐਡ ਕੀਤਾ ਗਿਆ। ਸਭ ਤੋਂ ਪਹਿਲੀ ਅਮੈਂਡਮੈਂਟ 1952 ਦੇ ਵਿੱਚ 1952 ਦੇ ਵਿੱਚ ਪਹਿਲੀ ਅਮੈਂਡਮੈਂਟ ਹੋਈ, ਤਾਂ ਜੋ ਇਹ 9ਵਾਂ ਸ਼ਡਿਊਲ ਉਹ ਐਡ ਕੀਤਾ ਗਿਆ। ਐਂਟੀ ਡਿਫੈਕਸ਼ਨ ਲਾਅ ਜਿਹੜਾ 10ਵਾਂ ਸ਼ਡਿਊਲ ਹੈ ਉਹ 42ਵੀਂ ਅਮੈਂਡਮੈਂਟ 'ਚ ਇਹ ਗਲਤ ਹੈ। ਜੋ ਐਂਟੀ ਡਿਫੈਕਸ਼ਨ ਲਾਅ ਹੈ ਉਹ 52nd ਅਮੈਂਡਮੈਂਟ ਜਿਹੜੀ ਹੈ 1985 ਦੇ ਵਿੱਚ ਐਡ ਕੀਤਾ ਗਿਆ ਸੀ। 1985 ਦੇ ਵਿੱਚ ਇਹ ਵੈਰੀ ਇੰਪੋਰਟੈਂਟ ਹੈ। ਤੁਹਾਨੂੰ ਸ਼ਡਿਊਲ ਬਾਰੇ ਵੀ ਡਾਇਰੈਕਟ ਕੁਐਸਚਨ ਆ ਜਾਂਦਾ ਵੀ ਜੋ 10th ਸ਼ਡਿਊਲ ਹੈ ਉਹ ਕਿਸ ਨਾਲ ਡੀਲ ਕਰਦਾ ਹੈ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ 10th ਸ਼ਡਿਊਲ ਐਂਟੀ ਡਿਫੈਕਸ਼ਨ ਲਾਅ ਦੇ ਨਾਲ ਡੀਲ ਕਰਦਾ। ਅਗਲਾ ਕੁਐਸਚਨ ਹੈ ਜੀ, ਇਹ ਕਿਹਾ ਗਿਆ ਵੀ ਕਿਹੜੀ ਪੋਲੀਟੀਕਲ ਪਾਰਟੀ ਨੂੰ ਨੈਸ਼ਨਲ ਪਾਰਟੀ ਹੋਣ ਦੇ ਲਈ ਇਹਨਾਂ ਦੇ ਵਿੱਚੋਂ ਕਿਹੜਾ ਆਪਸ਼ਨ ਦੀ ਲੋੜ ਨਹੀਂ ਹੈਗਾ? ਇਹ 'ਚ ਪਹਿਲਾਂ ਵੀ ਜੇ ਪਾਰਟੀ ਲੋਕ ਸਭਾ ਪਾਰਲੀਮਾਨੀ ਚੋਣਾਂ ਵਿੱਚ 4 ਜਾਂ 4 ਤੋਂ ਵੱਧ ਰਾਜਾਂ ਵਿੱਚ ਪਈਆਂ ਵੈਲਿਡ ਵੋਟਾਂ ਦਾ 6% ਲੈਂਦੀ ਹੈ। ਦੇਖੋ, ਇਹ ਬਿਲਕੁਲ ਸਹੀ ਹੈ। 4 ਲੋਕ ਸਭਾ ਵੋਟਾਂ ਦੇ ਵਿੱਚੋਂ 4 ਸਟੇਟਾਂ ਜਾਂ 4 ਤੋਂ ਵੱਧ ਸਟੇਟਾਂ ਦੇ ਵਿੱਚ 6% ਵੋਟਾਂ ਲੈਣੀਆਂ ਜ਼ਰੂਰੀ ਹੁੰਦੀਆਂ। ਅਗਲਾ ਆਪਸ਼ਨ ਹੈ, ਜੇ ਪਾਰਟੀ 4 ਚੁਣੇ ਹੋਏ ਨੁਮਾਇੰਦੇ ਲੋਕ ਸਭਾ ਵਿੱਚ ਭੇਜਦੀ ਹੈ। ਅਗਲਾ ਆਪਸ਼ਨ ਵੀ ਸਹੀ ਹੈ, ਜੇ ਪਾਰਟੀ 4 ਚੁਣੇ ਹੋਏ ਨੁਮਾਇੰਦੇ ਲੋਕ ਸਭਾ 'ਚ ਭੇਜਦੀ ਹੈ ਤਾਂ ਉਹ ਇੱਕ ਨੈਸ਼ਨਲ ਪਾਰਟੀ ਵੀ ਕਾਊਂਟ ਹੁੰਦੀ ਹੈ। ਜੇ ਪਾਰਟੀ ਲੋਕ ਸਭਾ ਦੀਆਂ ਕੁੱਲ ਸੀਟਾਂ ਦਾ 2% ਹਿੱਸਾ ਘੱਟੋ ਘੱਟ 3 ਰਾਜਾਂ ਵਿੱਚ ਲੈ ਲੈਂਦੀ ਹੈ। ਇਹ ਵੀ ਜੇ 2% ਹਿੱਸਾ ਜਿਹੜੀ ਕੁੱਲ ਵੋਟਾਂ ਨੇ ਉਹਨਾਂ ਦਾ 2% ਹਿੱਸਾ ਵੀ ਲੈ ਲੈਂਦੀ ਤੇ ਘੱਟੋ ਘੱਟ 3 ਰਾਜਾਂ ਵਿੱਚ ਜਾਂਦੀ ਹੈ ਤਾਂ ਵੀ ਉਹ ਨੈਸ਼ਨਲ ਪਾਰਟੀ ਕਾਊਂਟ ਹੁੰਦੀ ਹੈ। ਚੌਥਾ ਆਪਸ਼ਨ ਹੈ, ਜੇ ਪਾਰਟੀ ਨੂੰ ਖੇਤਰੀ ਪਾਰਟੀ ਵਜੋਂ ਘੱਟੋ ਘੱਟ 2 ਰਾਜਾਂ ਵਿੱਚ ਮਾਨਤਾ ਮਿਲੀ ਹੋਵੇ। ਇਹ ਗਲਤ ਹੈ। ਦੇਖੋ, ਕੋਈ ਵੀ ਪਾਰਟੀ ਹੈ ਜੇ ਸਿਰਫ ਉਹ 2 ਸਟੇਟ ਦੇ ਵਿੱਚ ਹੀ ਉਹਨੂੰ ਸਟੇਟ ਪਾਰਟੀ ਦਾ ਉਹਨੂੰ ਮਿਲਿਆ ਹੋਵੇ, ਰੈਕੋਗਨਾਈਜੇਸ਼ਨ ਮਿਲੀ ਹੋਵੇ,
ਤਾਂ ਉਹਨੂੰ ਆਪਾਂ ਨੈਸ਼ਨਲ ਪਾਰਟੀ ਕਾਊਂਟ ਨਹੀਂ ਕਰਦੇ। ਤਾਂ ਆਪਣਾ ਆਂਸਰ ਹੈ ਡੀ। ਅਗਲਾ ਕੁਐਸਚਨ ਹੈ ਜੀ, ਇੰਟਰ ਸਟੇਟ ਕਾਉਂਸਲ ਦਾ ਚੇਅਰਮੈਨ ਕੌਣ ਹੁੰਦਾ ਹੈ? ਤਾਂ ਇਹ ਬਿਲਕੁਲ ਆਸਾਨ ਕੁਐਸਚਨ ਹੈ ਜੀ। ਇੰਟਰ ਸਟੇਟ ਕਾਉਂਸਲ ਦਾ ਚੇਅਰਮੈਨ ਹਮੇਸ਼ਾ ਹੀ ਪ੍ਰਧਾਨ ਮੰਤਰੀ ਹੁੰਦਾ ਹੈ। ਆਪਣੇ ਅਗਲਾ ਕੁਐਸਚਨ ਹੈ ਜੀ, ਬਿਊਰੋਕ੍ਰੇਸੀ ਜੋ ਸ਼ਬਦ ਹੈ ਇਹ ਕਿਸਨੇ ਦਿੱਤਾ ਹੈ? ਇਹ ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹਦਾ ਆਂਸਰ ਹੈ ਜੀ ਡੀ, ਵਿੰਸੈਂਟ ਡੀ ਗੋਰਨੇ। ਇਹ ਇੱਕ ਫ੍ਰੈਂਚ ਇਕੋਨਮਿਸਟ ਨੇ। ਅਗਲਾ ਕੁਐਸਚਨ ਦੇਖਦੇ ਹਾਂ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਬ੍ਰੈਟਨ ਵੁਡਜ਼ ਕਾਨਫਰੰਸ ਦੇ ਨਤੀਜੇ ਵਜੋਂ ਬਣਿਆ ਹੈ? ਬ੍ਰੈਟਨ ਵੁਡ ਇੱਕ US ਦਾ ਇੱਕ ਇਲਾਕਾ ਹੈ ਜਿੱਥੇ ਕਾਨਫਰੰਸ ਹੋਈ ਸੀ 1944 ਦੇ ਵਿੱਚ। ਤਾਂ ਉਹਦੇ ਵਿੱਚ ਕੋਈ ਆਰਗੇਨਾਈਜੇਸ਼ਨਸ ਬਣੀਆਂ ਸੀ, ਉਹ ਕਿਹੜੀਆਂ ਸੀ ਉਹਦੇ ਬਾਰੇ ਦੱਸਣਾ ਆਪਾਂ। ਤਾਂ ਆਪਣਾ ਆਂਸਰ ਹੈ ਜੀ ਡੀ, ਵਰਲਡ ਬੈਂਕ ਤੇ IMF। ਮੈਂ ਕੱਲ ਦੀ ਤੁਹਾਨੂੰ ਵੀਡੀਓ 'ਚ ਦੱਸਿਆ ਸੀ ਵੀ ਵਰਲਡ ਬੈਂਕ ਤੇ IMF ਦਾ ਦੋਹਾਂ ਦਾ ਹੈੱਡਕੁਆਟਰ ਕਿੱਥੇ ਹੈ? ਵਾਸ਼ਿੰਗਟਨ DC। W ਤੇ ਵਰਲਡ ਬੈਂਕ, W ਤੇ ਵਾਸ਼ਿੰਗਟਨ DC। ਇਹ ਕੁਐਸਚਨ ਪ੍ਰੀਵੀਅਸ ਈਅਰ ਹੈ, ਲੇਕਿਨ ਆਪਾਂ ਨੂੰ ਪੁੱਛਿਆ ਜਾ ਸਕਦਾ ਹੈ। ਜਦੋਂ GST ਲਾਗੂ ਹੋਇਆ ਉਸ ਤੋਂ ਬਾਅਦ ਪਹਿਲਾ ਵਿੱਤੀ ਜੋ ਵਰ੍ਹਾ ਹੈ ਉਹਦੇ ਵਿੱਚ ਪਰ ਕੈਪੀਟਾ ਜੋ ਰੈਵਨਿਊ ਹੈ ਉਹਦੇ ਅਨੁਸਾਰ ਆਪਾਂ ਇਹ ਆਪਣੀ ਜਿਹੜੀਆਂ ਭਾਰਤੀ ਸਟੇਟਸ ਨੇ ਉਹਨਾਂ ਨੂੰ ਤਰਤੀਬਵਾਰ ਲਾਣਾ ਵੀ ਜਿੱਥੇ ਸਭ ਤੋਂ ਵੱਧ ਰੈਵਨਿਊ ਹੋਇਆ ਤੇ ਕਿੱਥੇ ਸਭ ਤੋਂ ਘੱਟ ਹੋਇਆ। ਤਾਂ ਇਹਦਾ ਆਂਸਰ ਪਹਿਲਾ ਹੀ ਹੈ, ਹਰਿਆਣਾ ਸਭ ਤੋਂ ਵੱਧ ਰੈਵਨਿਊ ਹੋਇਆ, ਫਿਰ ਮਹਾਰਾਸ਼ਟਰ, ਕਰਨਾਟਕਾ ਤੇ ਪੰਜਾਬ। ਅਗਲਾ ਕੁਐਸਚਨ ਹੈ, ਸਟੈਂਡ ਅਪ ਇੰਡੀਆ ਜੋ ਸਕੀਮ ਹੈ ਸਰਕਾਰ ਦੀ, ਉਹ ਇਹਨਾਂ ਲਿਖੇ ਕਿਹੜਾ ਕਥਨ ਸਹੀ ਹੈ? ਜੋ ਥੱਲੇ ਆਪਸ਼ਨ ਦਿੱਤੇ ਗਏ ਨੇ ਸਟੈਂਡ ਅਪ ਇੰਡੀਆ ਲਈ ਕਿਹੜਾ ਸਹੀ ਹੈ? ਪਹਿਲਾ ਆਪਸ਼ਨ ਹੈ, ਇਹਦਾ ਉਦੇਸ਼ SC ST ਅਤੇ ਔਰਤਾਂ ਇੰਟਰਪ੍ਰੀਨਿਓਰਸ਼ਿਪ ਨੂੰ ਵਧਾਵਾ ਦੇਣ ਲਈ ਹੀ ਹੈ। ਇਹ ਤਾਂ ਬਿਲਕੁਲ ਸਹੀ ਹੈ। ਜੋ ਸਭ ਤੋਂ ਪਹਿਲਾ ਮੇਨ ਮੋਟਿਵ ਹੈ ਉਹੀ ਹੈ ਵੀ SC ST ਤੇ ਜਿਹੜੇ ਵੂਮਨ ਇੰਟਰਪ੍ਰੀਨਿਓਰ ਨੇ ਉਹਨਾਂ ਨੂੰ ਵਧਾਵਾ ਦੇਣ ਲਈ ਹੈ। ਅਗਲਾ ਆਪਸ਼ਨ ਹੈ, ਇਹ ਮੁੜ ਵਿੱਤੀ ਪ੍ਰਬੰਧ ਭਾਰਤੀ ਰਿਜ਼ਰਵ ਬੈਂਕ ਰਾਹੀਂ ਮੁਹੱਈਆ ਕਰਵਾਇਆ ਜਾਂਦਾ। ਨਹੀਂ, ਇਹ ਬਿਲਕੁਲ ਗਲਤ ਹੈ। ਜਿਹੜਾ ਇਹਦਾ ਫਾਈਨੈਂਸਿੰਗ ਹੈ ਇਹ ਕਮਰਸ਼ੀਅਲ ਬੈਂਕ ਦਿੰਦੇ ਨੇ, RBI ਨਹੀਂ ਦਿੰਦਾ। ਤਾਂ ਇਹ ਆਪਸ਼ਨ ਗਲਤ ਹੈ। ਤਾਂ ਸਾਡਾ ਜੋ ਆਂਸਰ ਇਹ ਹੈ ਕੇਵਲ 1 ਉਹੀ ਸਹੀ ਹੋਏਗਾ। ਇੱਕ ਇੰਟਰਨੈਸ਼ਨਲ ਮੂਵਮੈਂਟ ਚੱਲੀ ਸੀ ਮੀ ਟੂ ਕਰਕੇ 2017-18 ਦੇ ਵਿੱਚ ਵੀ ਕਾਫੀ ਫੇਮਸ ਰਹੀ ਹੈ, ਪਰ 2006 ਦੇ ਵਿੱਚ ਸਭ ਤੋਂ ਪਹਿਲਾਂ ਇਹ ਮੂਵਮੈਂਟ ਚੱਲੀ ਸੀ, ਉਹ ਕਿਸਨੇ ਸ਼ੁਰੂ ਕੀਤੀ ਸੀ? ਇਹ ਕੁਐਸਚਨ ਹੈ ਵੀ ਜੋ 2006 ਦੇ ਵਿੱਚ ਇਹ ਮੂਵਮੈਂਟ ਚੱਲੀ ਸੀ ਮੀ ਟੂ ਨਾਂ ਦੀ, ਇਹ ਕਿਸਨੇ ਸ਼ੁਰੂ ਕੀਤੀ ਸੀ? ਤਾਂ ਇਹਦਾ ਆਂਸਰ ਹੈ ਟਰਾਨਾ ਬਰਕ। ਇਹ ਇੱਕ US ਦੀ ਲੇਡੀ ਹੈ, ਇਹ ਵੂਮਨ ਐਕਟਿਵਿਸਟ ਹੈ, ਕਾਫੀ NGO ਵਗੈਰਾ ਵੀ ਚਲਾਉਂਦੇ ਹੈ। ਇਹਨਾਂ ਨੇ ਜੋ ਵੂਮਨਸ ਨਾਲ ਵਰਕ ਪਲੇਸ 'ਤੇ ਸ਼ੋਸ਼ਣ ਹੁੰਦਾ ਉਸ ਦੇ ਖਿਲਾਫ ਆਵਾਜ਼ ਉਠਾਈ ਸੀ। ਇੰਡੀਆ ਦੇ ਵਿੱਚ ਵੀ ਬਹੁਤ ਰੌਲਾ ਪਿਆ ਸੀ, ਕਾਫੀ ਜੋ ਫਿਲਮ ਪ੍ਰੋਡਿਊਸਰ ਨੇ, ਡਾਇਰੈਕਟਰਸ ਨੇ, ਉਹਨਾਂ ਦੇ ਵੀ ਨਾਮ ਆਇਆ ਸੀ। ਨੈਕਸਟ ਕੁਐਸਚਨ ਹੈ ਜੀ, ਡੈਫੀਸਿਟ ਫਾਈਨੈਂਸਿੰਗ ਵਿੱਚ ਸਰਕਾਰ ਕਿਸ ਕੋਲ ਪੈਸੇ ਉਧਾਰ ਲੈਂਦੀ ਹੈ? ਜਦੋਂ ਸਰਕਾਰ ਦਾ ਬਜਟ ਉਹਨਾਂ ਦੇ ਇਨਕਮ ਤੋਂ ਬਾਹਰ ਹੋ ਜਾਂਦਾ ਤਾਂ ਡੈਫੀਸਿਟ ਫਾਈਨੈਂਸਿੰਗ ਸ਼ੁਰੂ ਹੋ ਜਾਂਦੀ ਹੈ। ਉਸ ਰੂਪ ਵਿੱਚ ਜੋ ਸਰਕਾਰ ਹੈ ਉਹ ਕਿੰਨਾ ਤੋਂ ਪੈਸੇ ਉਧਾਰ ਲੈਂਦੀ ਹੈ? ਇਹਦਾ ਬਿਲਕੁਲ ਸਿੰਪਲ ਆਂਸਰ ਹੈ ਜੀ RBI, ਕਿਉਂਕਿ ਇਹ ਗਵਰਨਮੈਂਟਸ ਬੈਂਕ ਹੈ, ਇਹ ਸਰਕਾਰ ਦਾ ਬੈਂਕ ਹੈ। ਇਹ ਜਦੋਂ ਵੀ ਸਰਕਾਰ ਨੂੰ ਪੈਸਿਆਂ ਦੀ ਲੋੜ ਹੁੰਦੀ ਹੈ ਤਾਂ RBI ਸਰਕਾਰ ਨੂੰ ਪੈਸੇ ਦਿੰਦਾ ਹੈ। ਅਗਲਾ ਕੁਐਸਚਨ ਜੀ ਮੋਸਟ ਇੰਪੋਰਟੈਂਟ ਹੈ, ਇਹਨੂੰ ਜਿੱਥੇ ਮਰਜ਼ੀ ਲਿਖ ਲਓ ਇਹ ਪੇਪਰ 'ਚ ਆਏਗਾ ਹੀ ਆਏਗਾ, ਕਿਉਂਕਿ ਇਸ ਟਾਈਮ ਜੋ ਵੀ ਕਿਸਾਨਾਂ ਦਾ ਇਸ਼ੂ ਚੱਲ ਰਿਹਾ ਹੈ, ਪਿਛਲੇ 4 ਮਹੀਨੇ ਤੋਂ ਕਿਸਾਨ ਦਿੱਲੀ ਬਾਰਡਰ 'ਤੇ ਨੇ। ਤੁਹਾਨੂੰ ਪਤਾ ਹੈ ਕੁਐਸਚਨ ਹੈ ਜੋ MSP ਹੈ ਮਿਨੀਮਮ ਸਪੋਰਟ ਪ੍ਰਾਈਜ਼ ਤੇ ਜਿਹੜਾ ਇਸ਼ੂ ਪ੍ਰਾਈਜ਼ ਹੈ ਇਹ ਕੌਣ ਰਿਕਮੈਂਡ ਕਰਦਾ ਹੈ? ਜੋ MSP ਹੈ ਕਿਸ ਦੁਆਰਾ ਰਿਕਮੈਂਡ ਕੀਤਾ ਜਾਂਦਾ ਹੈ? ਤਾਂ ਇਹਦਾ ਆਂਸਰ ਹੈ ਜੀ C, ਕਮਿਸ਼ਨ ਫॉर ਐਗਰੀਕਲਚਰ ਐਂਡ ਕੋਸਟ ਐਂਡ ਪ੍ਰਾਈਸਿਸ। ਕਮਿਸ਼ਨ ਫॉर ਐਗਰੀਕਲਚਰ ਕੋਸਟ ਐਂਡ ਪ੍ਰਾਈਸਿਸ। ਅਗਲਾ ਕੁਐਸਚਨ ਹੈ ਜੀ, RBI ਦੇ ਗਵਰਨਰ ਦੇ ਬਾਰੇ ਹੇਠ ਲਿਖਿਆਂ ਕਥਨਾਂ ਵਿੱਚੋਂ ਕਿਹੜਾ ਸਹੀ ਨਹੀਂ ਹੈ?
पहला ऑप्शन है जी ਉਹ ਮੋਨਿਟਰੀ ਪਾਲਿਸੀ ਕਮੇਟੀ ਦਾ ਮੈਂਬਰ ਬਣਾਉਣ ਵਾਲੀ ਕਮੇਟੀ ਦਾ ਹਿੱਸਾ ਹੁੰਦਾ ਹੈ। ਇਹ ਬਿਲਕੁਲ ਸਹੀ ਹੈ ਜੀ, ਜਿਹੜੀ ਮੋਨਿਟਰੀ ਪਾਲਿਸੀ ਕਮੇਟੀ ਬਣਦੀ ਹੈ ਉਹ ਬਣਾਉਣ ਦਾ ਇਹ ਹਿੱਸਾ ਹੁੰਦਾ ਹੈ। ਇਹ ਮੋਨਿਟਰੀ ਪਾਲਿਸੀ ਕਮੇਟੀ ਦਾ ਮੁਖੀ ਵੀ ਹੁੰਦਾ ਹੈ, ਬਿਲਕੁਲ ਸਹੀ ਹੈ। ਇਹ ਭਾਰਤ ਦੀ ਪ੍ਰਤੀਨਿਧਤਾ WTO ਕਾਨਫਰੰਸ ਵਿੱਚ ਕਰਦਾ ਹੈ, ਇਹ ਨਹੀਂ। ਫਾਈਨਾਂਸ ਮਿਨਿਸਟਰੀ ਦੁਆਰਾ ਜਾਂ ਜੋ ਟੈਕਸਟਾਈਲ ਜੋ ਹੋਰ ਮਿਨਿਸਟਰੀਜ਼ ਨੇ ਉਹਨਾਂ ਦੁਆਰਾ ਕੋਈ ਬੰਦਾ ਜਾਂਦਾ ਹੈ ਜੋ WTO ਕਾਨਫਰੰਸ 'ਚ ਆਪਣੀ ਪ੍ਰਤੀਨਿਧਤਾ ਦਿੰਦਾ ਹੈ। ਜੋ ਭਾਰਤੀ RBI ਦਾ ਗਵਰਨਰ ਉਹ ਨਹੀਂ ਜਾਂਦਾ, ਉਸ ਕੋਲ MPC ਕਾਸਟਿੰਗ ਵੋਟ ਹੁੰਦੀ ਹੈ। ਇਹ ਤਾਂ ਚਲੋ ਆਪਾਂ ਹੈਗਾ ਹੀ ਹੈਗਾ। ਅਗਲਾ ਆ ਗਿਆ ਜੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਇਹ, ਇਕਨੋਮਿਕਸ ਦਾ ਕੁਐਸਚਨ ਹੈ ਇਹ। ਸਟੈਗਫਲੇਸ਼ਨ ਕੀ ਹੁੰਦੀ ਹੈ? ਸਟੈਗਫਲੇਸ਼ਨ ਇੱਕ ਇੱਦਾਂ ਦੀ ਸਿਚੁਏਸ਼ਨ ਹੈ ਜਦੋਂ ਮਹਿੰਗਾਈ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਬੇਰੁਜ਼ਗਾਰੀ ਵੀ ਫੈਲੀ ਹੁੰਦੀ ਹੈ। ਠੀਕ ਹੈ ਜੀ। ਅਗਲਾ ਕੁਐਸਚਨ ਹੈ ਜੀ ਇਹਨਾਂ ਵਿੱਚੋਂ ਕਿਹੜੀ ਕੰਪਨੀ ਮਹਾਰਤਨ ਇੰਡਸਟਰੀ ਨਹੀਂ ਹੈਗੀ? ਠੀਕ ਹੈ ਜੀ। ਆਪਸ਼ਨ ਹੈ ਗੇਲ, ਇਹ ਬਿਲਕੁਲ ਹੈ। ਕੋਲ ਇੰਡੀਆ ਲਿਮਟਿਡ, ਇਹ ਵੀ ਮਹਾਰਤਨ ਹੈ। ਸੇਲ, ਇਹ ਵੀ ਮਹਾਰਤਨ ਹੈ। 에ਅਰਪੋਰਟ ਅਥਾਰਟੀ ਆਫ ਇੰਡੀਆ, ਇਹ ਮਹਾਰਤਨ ਨਹੀਂ ਹੈ। ਤਾਂ ਸਾਡਾ ਆਪਸ਼ਨ ਕੀ ਆ ਗਿਆ? ਡੀ। ਅਗਲਾ ਕੁਐਸਚਨ ਹੈ ਜੀ ਇਹਨਾਂ ਹੇਠਲੀਆਂ ਵਿੱਚੋਂ ਕਿਹੜਾ ਕੀਟਨਾਸ਼ਕ ਖੇਤੀਬਾੜੀ ਵਿੱਚ ਪਾਬੰਦੀਸ਼ੁਦਾ ਹੈ? ਭਾਰਤ ਸਰਕਾਰ ਨੇ ਇਹ, ਪੰਜਾਬ ਸਰਕਾਰ ਨੇ ਇਹਨਾਂ ਵਿੱਚੋਂ ਕਿਹੜਾ ਜਿਹੜਾ ਕੀਟਨਾਸ਼ਕ ਹੈ ਉਹ 'ਤੇ ਬੈਨ ਲਾਤਾ? ਤਾਂ ਆਪਣਾ ਆਨਸਰ ਹੈ ਜੀ ਐਂਡੋਸਲਫਾਨ, ਐਂਡੋਸਲਫਾਨ। ਅਗਲਾ ਕੁਐਸਚਨ ਹੈ ਜੀ ਜਦੋਂ ਗੇਂਦ ਫਰਸ਼ ਉੱਪਰ ਡਿੱਗਦੀ ਹੈ ਤਾਂ ਉਹ ਬੁੜਕਦੀ ਹੈ। ਜਦੋਂ ਵੀ ਗੇਂਦ ਡਿੱਗਦੀ ਹੈ ਤਾਂ ਉਹ ਬਾਉਂਸ ਹੁੰਦੀ ਹੈ ਵਾਪਸ ਨੂੰ। ਉਸ ਉੱਪਰ ਨਿਊਟਨ ਦਾ ਕਿਹੜਾ ਸਿਧਾਂਤ ਲਾਗੂ ਹੁੰਦਾ ਹੈ ਜੀ? ਤਾਂ ਇਹਦਾ ਆਨਸਰ ਹੈ ਜੀ ਸੀ, ਨਿਊਟਨ ਦਾ ਤੀਜਾ ਸਿਧਾਂਤ ਲਾਗੂ ਹੁੰਦਾ ਹੈ। ਨਿਊਟਨ ਦਾ ਤੀਜਾ ਸਿਧਾਂਤ ਕੀ ਹੈ? ਐਕਸ਼ਨ ਐਂਡ ਰਿਐਕਸ਼ਨ। ਹਰੇਕ ਐਕਸ਼ਨ ਦਾ ਇੱਕ ਰਿਐਕਸ਼ਨ ਹੁੰਦਾ ਹੈ। ਜਦੋਂ ਜਿੰਨੀ ਫੋਰਸ ਨਾਲ ਬੋਲ ਥੱਲੇ ਗਿਰਦੀ ਹੈ ਉਹਦੇ ਤੇ ਰਿਐਕਸ਼ਨ ਹੁੰਦਾ ਹੈ ਤੇ ਉਹ ਵਾਪਸ ਬਾਉਂਸ ਹੁੰਦੀ ਹੈ। ਉਹ 'ਚ ਕਾਈਨੈਟਿਕ ਐਨਰਜੀ ਹਮੇਸ਼ਾ ਸਟੇਨ ਰਹਿੰਦੀ ਹੈ। ਅਗਲਾ ਆ ਗਿਆ ਜੀ ਹਾਈਡ੍ਰੋਲਿਕ ਬ੍ਰੇਕਸ ਜਿਹੜੇ ਨੇ ਇਹ ਯੂਜ਼ ਹੁੰਦੇ ਆਟੋਮੋਬਾਈਲ ਦੇ ਵਿੱਚ। ਇਹ ਡਾਇਰੈਕਟ ਐਪਲੀਕੇਸ਼ਨ ਨੇ ਕਿਹੜੇ ਸਿਧਾਂਤ 'ਤੇ ਬੇਸਡ ਹੁੰਦੇ? ਜਿਹੜੇ ਹਾਈਡ੍ਰੋਲਿਕ ਬ੍ਰੇਕਸ ਹੁੰਦੇ ਨੇ ਇਹ ਕਿਸ ਸਿਧਾਂਤ 'ਤੇ ਬੇਸਡ ਨੇ? ਇਹ ਹੈਗੇ ਨੇ ਪਾਸਕਲ ਲਾਅ 'ਤੇ। ਇਹ ਪਾਸਕਲ ਲਾਅ 'ਤੇ ਇਹ ਹਾਈਡ੍ਰੋਲਿਕ ਬ੍ਰੇਕਸ ਯੂਜ਼ ਕਿੱਥੇ ਹੁੰਦੇ ਨੇ? ਇਹ ਬੇਸਿਕਲੀ ਕ੍ਰੇਨ ਹੋ ਗਿਆ, ਜੋ ਲਿਫਟ ਹੋ ਗਿਆ ਜਿਹਨੂੰ ਆਪਾਂ ਐਲੀਵੇਟਰ ਵੀ ਬੋਲ ਦਿੰਦੇ ਹਾਂ, ਏਅਰਪਲੇਨਸ ਹੋ ਗਏ, ਮਾਈਨਿੰਗ ਜਿਹੜੇ ਵਹੀਕਲਸ ਵੱਡੇ ਵਹੀਕਲਸ ਉਹਨਾਂ ਦੇ ਵਿੱਚ ਹਾਈਡ੍ਰੋਲਿਕ ਬ੍ਰੇਕਸ ਯੂਜ਼ ਕੀਤੇ ਜਾਂਦੇ ਨੇ। ਅਗਲਾ ਕੁਐਸਚਨ ਕੀ ਹੈ ਜੀ ਵੈਲੋਸਿਟੀ ਆਫ ਸਾਊਂਡ ਇਨ ਏਅਰ ਡਜ਼ ਨੋਟ ਡਿਪੈਂਡ। ਜਿਹੜੀ ਆਵਾਜ਼ ਦੀ ਗਤੀ ਹੈ ਉਹ ਹੇਠਾਂ ਲਿਖਿਆਂ ਵਿੱਚੋਂ ਕਿਸ ਉੱਪਰ ਨਿਰਭਰ ਨਹੀਂ ਕਰਦੀ? ਪਹਿਲਾ ਆਪਸ਼ਨ ਹੈ ਜੀ ਹਵਾ ਦੀ ਡੈਂਸਿਟੀ, ਇਹ 'ਤੇ ਡਿਪੈਂਡ ਕਰਦੀ ਹੈ ਜੀ। ਹਵਾ ਦਾ ਤਾਪਮਾਨ, ਇਹ 'ਤੇ ਵੀ ਡਿਪੈਂਡ ਕਰਦੀ ਹੈ। ਪ੍ਰੈਸ਼ਰ ਆਫ ਏਅਰ, ਇਹ 'ਤੇ ਡਿਪੈਂਡ ਨਹੀਂ ਕਰਦੀ। ਇਹ ਆਪਸ਼ਨ ਗਲਤ ਹੈ, ਤਾਂ ਇਹੀ ਹੈ ਆਪਣਾ ਜਵਾਬ ਸੀ ਆਪਸ਼ਨ। ਅਗਲਾ ਕੁਐਸਚਨ ਹੈ ਜੀ ਜਦੋਂ ਰੋਸ਼ਨੀ ਹਵਾ ਤੋਂ ਸ਼ੀਸ਼ੇ ਵਿੱਚ ਜਾਂਦੀ ਹੈ ਤਾਂ ਕੀ ਹੁੰਦਾ ਹੈ? ਜਦੋਂ ਰੋਸ਼ਨੀ ਹਵਾ ਤੋਂ ਸ਼ੀਸ਼ੇ ਵਿੱਚ ਜਾਂਦੀ ਹੈ ਤਾਂ ਕੀ ਹੁੰਦਾ ਹੈ? ਇਸ ਦਾ ਆਨਸਰ ਹੈ ਜੀ ਇਹ ਨੋਰਮਲ ਲਾਈਨ ਵੱਲ ਮੁੜ ਜਾਂਦੀ ਹੈ। ਦੇਖੋ ਜਿੱਦਾਂ ਕੋਈ ਆਹ ਸ਼ੀਸ਼ਾ ਹੈ ਜੀ, ਇੱਦਾਂ ਰੋਸ਼ਨੀ ਆ ਰਹੀ ਹੈ ਤਾਂ ਇਹ ਡਾਇਰੈਕਟ ਨਾ ਜਾ ਕੇ ਥੋੜ੍ਹਾ ਜਿਹਾ ਟਿਲਟ ਹੋ ਜਾਂਦੀ ਹੈ। ਇਹਨੂੰ ਨੋਰਮਲ ਲਾਈਨ ਕਹਿੰਦੇ ਨੇ। ਇੱਥੇ ਨੋਰਮਲ ਲਾਈਨ ਕ੍ਰੀਏਟ ਹੁੰਦੀ ਹੈ, ਇਹਨੂੰ ਨੋਰਮਲ ਲਾਈਨ ਕਹਿੰਦੇ। ਤਾਂ ਇਹ ਕਹਿੰਦੇ ਨੇ ਵੀ ਇਹ ਨੋਰਮਲ ਲਾਈਨ ਕਰਨੀ ਮੁੜ ਜਾਂਦੀ ਹੈ। ਦੋਸਤੋ ਅੱਜ ਲਈ ਇੰਨਾ ਹੀ। ਕੱਲ੍ਹ ਨੂੰ ਫਿਰ ਮਿਲਦੇ ਹਾਂ ਹੋਰ 20 ਇੰਪੋਰਟੈਂਟ ਕੁਐਸਚਨਸ ਦੇ ਨਾਲ। ਤੇ ਪੰਜਾਬ GK ਦੀ ਸੀਰੀਜ਼ ਸ਼ੁਰੂ ਹੋ ਚੁੱਕੀ ਹੈ। ਪਹਿਲਾ ਲੈਕਚਰ ਮੈਂ ਅਪਲੋਡ ਕਰ ਦਿੱਤਾ ਹੈ ਤੇ ਰੋਜ਼ ਮੈਂ ਇੱਕ ਨਵਾਂ ਪੰਜਾਬ GK ਦਾ ਲੈਕਚਰ ਅਪਲੋਡ ਕਰਾਂਗਾ ਤੇ ਇਸ ਫਾਈਲ ਦੀ PDF ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜੂਗੀ। ਸਤਿ ਸ਼੍ਰੀ ਅਕਾਲ ਜੀ।